ਅਸਲਾਮ ਅਲੈਕੁਮ ਵੀਵਰ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੀ ਵੀਡੀਓ ਬੜੀ ਮਜ਼ੇਦਾਰ ਤੇ ਬੜੀ ਵਧੀਆ ਜਿਹੀ ਹੈ। ਮੈਂ ਉਹ ਵੀਡੀਓ ਬੜੀ ਮਿਹਨਤ ਨਾਲ ਬਣਾਈ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦਾ ਤੁਹਾਨੂੰ ਪਤਾ ਚੱਲ ਸਕੇ। ਮੇਰੀ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਖਰ ਵਿੱਚ ਬੈਲ ਵਾਲਾ ਬਟਨ ਦਬਾਉਣਾ ਨਹੀਂ ਭੁੱਲਣਾ। ਤੇ ਅੱਜ ਦੀ ਸਾਡੀ ਮਜ਼ੇਦਾਰ ਜੀ ਰੈਸਿਪੀ ਹੈ ਹਲੀਮ ਦੀ। ਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਆਪਣੀ ਮਜ਼ੇਦਾਰ ਜੀ ਰੈਸਿਪੀ। ਤੇ ਅਸੀਂ ਲਵਾਂਗੇ ਇੱਕ ਪਤੀਲਾ ਤੇ ਉਹਦੇ ਵਿੱਚ ਸਾਰੀਆਂ ਦਾਲਾਂ ਇਕੱਠੀਆਂ ਕਰ ਲਾਵਾਂਗੇ। ਸਭ ਤੋਂ ਪਹਿਲਾਂ 1 ਕੱਪ ਚਾਵਲ ਦਾ ਦਲੀਆ ਲਿਆ, 1 ਕੱਪ ਗੰਦਮ ਦਾ ਦਲੀਆ ਲਿਆ, ਅੱਧਾ ਕੱਪ ਬਾਜਰੇ ਦਾ ਸ਼ਾਮਲ ਕੀਤਾ, 1 ਕੱਪ ਚਣਿਆਂ ਦੀ ਦਾਲ, 1 ਕੱਪ ਸਾਬਤ ਮਸਲੇ ਸ਼ਾਮਲ ਕੀਤੇ, 1 ਕੱਪ ਦਾਲ ਮੂੰਗ ਦਾ ਸ਼ਾਮਲ ਕੀਤਾ, ਅੱਧਾ ਕੱਪ ਦਾਲ ਮਸੂਰ ਸ਼ਾਮਲ ਕੀਤੀ, 1 ਕੱਪ ਚਾਵਲ ਸ਼ਾਮਲ ਕੀਤੇ। ਤੇ ਜਿਸ ਵੇਲੇ ਸਾਰੀਆਂ ਚੀਜ਼ਾਂ ਪਤੀਲੇ 'ਚ ਕੱਟੀਆਂ ਹੋ ਜਾਣ ਤਾਂ ਅੱਛੀ ਤਰ੍ਹਾਂ ਨਾਲ ਮਿਕਸ ਕਰ ਲਵੋ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਤੇ ਜਦੋਂ ਸਾਰੀਆਂ ਦਾਲਾਂ ਅੱਛੀ ਤਰ੍ਹਾਂ ਨਾਲ ਰਲ ਜਾਣ ਤਾਂ ਫਿਰ ਇਹਨਾਂ ਨੂੰ ਅੱਛੀ ਤਰੀਕੇ ਨਾਲ ਧੋ ਲੈਣਾ। ਉਸ ਵਕਤ ਤੱਕ ਧੋਣਾ ਤੇ ਜਦੋਂ ਤੱਕ ਦਾਲਾਂ ਦਾ ਪਾਣੀ ਸਾਫ਼ ਨਾ ਹੋ ਜਾਵੇ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਪਾਣੀ ਤੁਹਾਨੂੰ ਗਦਲਾ ਗਦਲਾ ਜਿਹਾ ਨਜ਼ਰ ਆਉਣ ਦਿਆ ਦਾਲਾਂ ਦਾ। ਤੇ ਜਿਸ ਵੇਲੇ ਪਾਣੀ ਸਾਫ਼ ਹੋ ਜਾਵੇ ਤਾਂ ਉਸੇ ਪਾਣੀ ਵਿੱਚ ਤੁਸੀਂ ਭਿਗੋ ਕੇ 4 ਤੋਂ 5 ਘੰਟਿਆਂ ਵਾਸਤੇ ਰੱਖ ਸਕਦੇ ਹੋ। ਹਲੀਮ ਵਾਸਤੇ ਸਾਰੀਆਂ ਚੀਜ਼ਾਂ ਤੁਸੀਂ ਰਾਤ ਨੂੰ ਵੀ ਭਿਗੋ ਕੇ ਰੱਖ ਸਕਦੇ ਹੋ। ਦਾਲਾਂ ਨੂੰ ਜਿੰਨਾ ਜ਼ਿਆਦਾ ਭਿਗੋ ਕੇ ਰੱਖੋਗੇ ਤਾਂ ਉਨਾ ਹੀ ਜ਼ਿਆਦਾ ਅੱਛਾ ਤੁਹਾਡਾ ਹਲੀਮ ਬਣੇਗਾ, ਤਾਂ ਉਨਾ ਹੀ ਜਲਦੀ ਬਣੇਗਾ। ਤੇ ਮੈਂ ਇੱਥੇ ਸਿਰਫ 4 ਘੰਟਿਆਂ ਵਾਸਤੇ ਭਿਗੋ ਕੇ ਰੱਖੀਆਂ ਦਾਲਾਂ। 4 ਘੰਟਿਆਂ ਤੋਂ ਬਾਅਦ ਦਾਲਾਂ ਦਾ ਪਾਣੀ ਕੱਢ ਦਿੱਤਾ ਤਾਂ ਉਸ ਪਤੀਲੇ 'ਚ ਦਾਲਾਂ ਪਾਤੀਆਂ ਜਿਹਦੇ ਵਿੱਚ ਹਲੀਮ ਤਿਆਰ ਕਰਨਾ। ਤੇ ਹਲੀਮ ਅਸੀਂ ਲੱਕੜੀ ਵਾਲੇ ਚੁੱਲ੍ਹੇ ਤੇ ਤਿਆਰ ਕੀਤਾ। ਸਭ ਤੋਂ ਪਹਿਲਾਂ ਅਸੀਂ ਅੱਗ ਜਲਾਵਾਂਗੇ ਤੇ ਜਿਸ ਵੇਲੇ ਚੁੱਲ੍ਹੇ ਚੰਗੀ ਤਰ੍ਹਾਂ ਅੱਗ ਜਲ ਜਾਵੇ ਤਾਂ ਫਿਰ ਉੱਪਰ ਪਤੀਲਾ ਰੱਖ ਦੇਵਾਂਗੇ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਤੇ ਦਾਲਾਂ ਅਸੀਂ ਪਹਿਲਾਂ ਹੀ ਪਤੀਲੇ 'ਚ ਪਾ ਦਿੱਤੀਆਂ ਹੋਈਆਂ ਸੀ। ਤਾਂ ਫਿਰ ਹੁਣ ਅਸੀਂ ਪਾਵਾਂਗੇ 2 ਜੱਗ ਪਾਣੀ ਦੇ। ਤੇ ਪਤੀਲੇ 'ਚ ਪਾਣੀ ਪਾਉਣੇ ਤੋਂ ਬਾਅਦ ਚਮਚੇ ਦੇ ਨਾਲ ਅੱਛੀ ਤਰ੍ਹਾਂ ਨਾਲ ਹਿਲਾ ਦੇਵਾਂਗੇ। ਤੇ ਫਿਰ ਇਸ ਤੋਂ ਬਾਅਦ ਅਸੀਂ ਕੱਟੀਆਂ ਹੋਈਆਂ ਸਬਜ਼ ਮਿਰਚਾਂ 8 ਤੋਂ 10 ਪਾਵਾਂਗੇ, 4 ਕੱਟੇ ਹੋਏ ਟਮਾਟਰ ਪਾਵਾਂਗੇ, 2 ਦਰਮਿਆਨੇ ਪਿਆਜ਼ ਕੱਟੇ ਹੋਏ ਸ਼ਾਮਲ ਕਰਾਂਗੇ। ਤੇ ਫਿਰ ਇਸ ਤੋਂ ਬਾਅਦ ਚਮਚ ਹਿਲਾਵਾਂਗੇ ਤਾਂ ਆਂਚ ਦਰਮਿਆਨੀ ਰੱਖਾਂਗੇ ਤੇ ਨਾਲੇ ਪਤੀਲੇ ਨੂੰ ਢੱਕ ਦੇਵਾਂਗੇ 10 ਮਿੰਟ ਵਾਸਤੇ। 10 ਮਿੰਟ ਤੋਂ ਬਾਅਦ ਅਸੀਂ ਚੈੱਕ ਕੀਤਾ ਤਾਂ ਉਬਾਲ ਆਉਣਾ ਸ਼ੁਰੂ ਹੋ ਗਿਆ। ਤੇ ਹੁਣ ਅਸੀਂ ਸ਼ਾਮਲ ਕਰਾਂਗੇ ਅੱਧਾ ਕਿਲੋ ਮੁਰਗੀ ਦਾ ਗੋਸ਼ਤ। ਮੈਂ ਇੱਥੇ ਮੁਰਗੀ ਦਾ ਗੋਸ਼ਤ ਇਸਤੇਮਾਲ ਕੀਤਾ ਤੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਕ ਬੱਕਰੇ ਦਾ ਗੋਸ਼ਤ ਵੀ ਇਸਤੇਮਾਲ ਕਰ ਸਕਦੇ ਹੋ। ਤੇ ਹੁਣ ਅਸੀਂ ਮਸਾਲੇ ਪਾਵਾਂਗੇ। ਸਾਬਤ ਜ਼ੀਰਾ 2 ਖਾਣੇ ਵਾਲੇ ਚਮਚ ਪਾਵਾਂਗੇ, ਤੇਜ਼ਪਾਤ 3 ਅਦਦ, ਦਾਲਚੀਨੀ 2 ਖਾਣੇ ਵਾਲੇ ਚਮਚ, 4 ਲੌਂਗ ਤੇ 4 ਤੋਂ 5 ਕਾਲੀ ਇਲਾਇਚੀ ਸ਼ਾਮਲ ਕਰਨੀ ਹੈ। ਤੇ ਜਿਸ ਵੇਲੇ ਸਾਰੇ ਮਸਾਲੇ ਪੈ ਜਾਣ ਤੇ ਫਿਰ ਚਮਚਾ ਅੱਛੀ ਤਰ੍ਹਾਂ ਨਾਲ ਹਿਲਾ ਦੇਣਾ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਦਾਲਾਂ ਦਾ ਪਾਣੀ ਸਾਰਾ ਖੁਸ਼ਕ ਹੋ ਗਿਆ ਹੈ। ਤਾਂ ਹੁਣ ਅਸੀਂ ਹੋਰ ਪਾਣੀ ਸ਼ਾਮਲ ਕਰਾਂਗੇ। 1 ਜੱਗ ਪਾਣੀ ਦਾ ਪਾ ਤਾ ਤੇ ਨਾਲ ਤੁਸੀਂ ਚਮਚਾ ਵੀ ਹਿਲਾਉਂਦੇ ਰਹਿਣਾ। ਤਾਂ ਫਿਰ ਇਸ ਤੋਂ ਬਾਅਦ ਪਤੀਲਾ ਢੱਕ ਦੇਣਾ ਤਾਂ ਆਂਚ ਦਰਮਿਆਨੀ ਰੱਖਣੀ ਹੈਗੀ ਹੈ। ਤੇ 5 ਮਿੰਟ ਤੋਂ ਬਾਅਦ ਤੁਸੀਂ ਦੁਬਾਰਾ ਚੈੱਕ ਕਰ ਲੈਣਾ ਤੇ ਚਮਚਾ ਹਿਲਾ ਦੇਣਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਤੇ ਹੁਣ ਅਸੀਂ ਪਾਵਾਂਗੇ 3 ਖਾਣੇ ਵਾਲੇ ਚਮਚੇ ਲਾਲ ਮਿਰਚਾਂ ਦੇ, 2 ਚਾय ਵਾਲੇ ਚਮਚ ਪਿਸੀ ਹੋਈ ਕਾਲੀ ਮਿਰਚ ਤੇ ਸ਼ਾਮਲ ਕਰਨੇ ਆ, 3 ਖਾਣੇ ਵਾਲੇ ਚਮਚ ਨਮਕ ਤੇ ਸ਼ਾਮਲ ਕਰਨੇ ਆ, 2 ਚਾय ਵਾਲੇ ਚਮਚ ਹਲਦੀ ਤੇ ਸ਼ਾਮਲ ਕਰਨੇ ਆ। ਤੇ ਫਿਰ ਹੁਣ ਇਸ ਤੋਂ ਬਾਅਦ ਅਸੀਂ ਅੱਛੀ ਤਰ੍ਹਾਂ ਨਾਲ ਚਮਚਾ ਵਿੱਚ ਹਿਲਾ ਦੇਣਾ। ਤੇ ਇੱਥੇ ਤੁਸੀਂ ਇੱਕ ਚੀਜ਼ ਦਾ ਖਿਆਲ ਰੱਖਣਾ ਕਿ ਅੱਗ ਜਿਹੜੀ ਆ ਮੱਠੀ ਰੱਖਣੀ ਹੈ, ਕਿਉਂਕਿ ਲੱਕੜੀ ਦੀ ਅੱਗ ਬਹੁਤ ਜ਼ਿਆਦਾ ਜਲਦੀ ਤੇਜ਼ ਹੋ ਜਾਂਦੀ ਹੈਗੀ ਆ। ਤੇ ਇਸ ਲਈ ਤੁਸੀਂ ਅੱਗ ਮੱਠੀ ਰੱਖਣੀ ਆ। ਹਲੀਮ ਤੁਸੀਂ ਜਿੰਨੀ ਮੱਠੀ ਅੱਗ ਤੇ ਪਕਾਓ ਉਨੀ ਜ਼ਿਆਦਾ ਅੱਛਾ ਬਣੇਗਾ ਕਿ ਆਹਿਸਤਾ ਆਹਿਸਤਾ ਦਾਲਾਂ ਜਿਹੜੀਆਂ ਅੱਛੇ ਤਰੀਕੇ ਦੇ ਨਾਲ ਗਲ ਜਾਣਗੀਆਂ। ਤੇ ਇੱਕ ਚੀਜ਼ ਮੈਂ ਦੱਸਦੀ ਜਾਵਾਂ, ਹਲੀਮ ਬਣਾਉਂਦਿਆਂ ਹੋਇਆ ਤੁਹਾਨੂੰ 2 ਤੋਂ 3 ਘੰਟੇ ਤਕਰੀਬਨ ਲੱਗ ਜਾਂਦੇ ਆ। ਤੇ ਹੁਣ ਅਸੀਂ 4 ਤੋਂ 5 ਮਿੰਟ ਵਾਸਤੇ ਪਤੀਲੇ ਨੂੰ ਢੱਕ ਦੇਵਾਂਗੇ ਤੇ ਦੂਸਰੇ ਪਾਸੇ ਅਸੀਂ ਸਬਜ਼ ਲਸਣ ਕੱਟ ਲਵਾਂਗੇ ਜਿੰਨਾ ਕਿ ਸਾਨੂੰ ਜ਼ਰੂਰਤ ਆ। ਤੇ ਸਬਜ਼ ਲਸਣ ਅਸੀਂ ਆਪਣੇ ਜ਼ਾਇਕੇ ਦੇ ਮੁਤਾਬਕ ਤੇ ਆਪਣੀ ਪਸੰਦ ਦੇ ਮੁਤਾਬਕ ਸ਼ਾਮਲ ਕੀਤਾ। ਦਾਲਾਂ ਕਿਉਂਕਿ ਸਾਡੀਆਂ ਇੱਥੇ ਤਕਰੀਬਨ ਗਲ ਗਈਆਂ ਤੇ ਹੁਣ ਅਸੀਂ ਘੋਟੇ ਦੇ ਨਾਲ ਚੰਗੀ ਤਰ੍ਹਾਂ ਦੇ ਉੱਤੇ ਦਾਲਾਂ ਨੂੰ ਬਾਰੀਕ ਕਰਾਂਗੇ, ਘੋਟ ਲਵਾਂਗੇ ਤੇ ਇਹਨੂੰ ਅਸੀਂ ਮੈਸ਼ਰ ਵੀ ਕਹਿ ਸਕਦੇ ਹਾਂ। ਚੁੱਲ੍ਹੇ ਦੀ ਅੱਗ ਮੱਠੀ ਰੱਖੋਗੇ ਤੇ ਘੋਟੇ ਦੇ ਨਾਲ ਦਾਲਾਂ ਨੂੰ ਚੰਗੀ ਤਰ੍ਹਾਂ ਤੇ ਘੋਟੀ ਜਾਓਗੇ। ਜਿੰਨੀਆਂ ਬਾਰੀਕ ਦਾਲਾਂ ਹੋਣਗੀਆਂ ਉਨੇ ਮਜ਼ੇਦਾਰ ਹਲੀਮ ਬਣੇਗਾ। ਤੇ ਇਸ ਹਲੀਮ ਦਾ ਜ਼ਾਇਕਾ ਵੀ ਬਿਲਕੁਲ ਉਸੇ ਤਰ੍ਹਾਂ ਦਾ ਹੀ ਹੋਗਾ ਜਿਸ ਤਰ੍ਹਾਂ ਤੁਸੀਂ ਬਾਜ਼ਾਰ 'ਚੋਂ ਲੈ ਕੇ ਖਾਂਦੇ ਹੋ। ਤੇ ਹੁਣ ਅਸੀਂ ਸਭ ਤੋਂ ਆਖਰ ਵਿੱਚ ਅਦਰਕ ਪਾਵਾਂਗੇ। ਅਦਰਕ ਬਹੁਤ ਜ਼ਿਆਦਾ ਬਾਰੀਕ ਨਹੀਂ ਕਰਨਾ, ਦਰਦਰਾ ਜਿਹਾ ਕੁੱਟਣਾ ਵਾ। ਤਾਂ ਫਿਰ ਇਸ ਤੋਂ ਬਾਅਦ ਚੁੱਲ੍ਹੇ ਦੀ ਅੱਗ ਦਰਮਿਆਨੀ ਕਰ ਦੇਣੀ ਹੈ ਤੇ ਘੋਟੇ ਦੇ ਨਾਲ ਚੰਗੀ ਤਰ੍ਹਾਂ ਦਾਲ ਨੂੰ ਘੋਟੀ ਜਾਣਾ, ਜਾਂ ਦੂਸਰੇ ਲਫ਼ਜ਼ਾਂ 'ਚ ਤੁਸੀਂ ਕਹਿ ਲਓ ਮੈਸ਼ਰ ਦੇ ਨਾਲ ਚੰਗੀ ਤਰ੍ਹਾਂ ਤੇ ਮੈਸ਼ ਕਰੀ ਜਾਣਾ, ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਅੱਧਾ ਘੰਟਾ ਤੋਂ ਜ਼ਿਆਦਾ ਹਲੀਮ ਨੂੰ ਘੋਟਣੇ ਤੋਂ ਬਾਅਦ ਹਲੀਮ ਬਿਲਕੁਲ ਤਿਆਰ ਹੋ ਗਿਆ ਵਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਹੁਣ ਅਸੀਂ ਤੁੜਕਾ ਬਣਾਵਾਂਗੇ। ਇੱਥੇ ਅਸੀਂ ਉਸ ਜ਼ਰੂਰਤ ਆਇਲ ਜਾਂ ਘੀ ਲਵਾਂਗੇ। ਤੇ ਮੈਂ ਇੱਥੇ ਆਇਲ ਲਿਆ ਤੇ ਫਰਾਈ ਪੈਨ ਵਿੱਚ ਪਾ ਕੇ ਧੱਕ ਦੇ ਉੱਤੇ ਰੱਖ ਦਿੱਤਾ। ਤੇ ਜਿਸ ਵੇਲੇ ਆਇਲ ਚੰਗੀ ਤਰ੍ਹਾਂ ਤੇ ਗਰਮ ਹੋ ਜਾਵੇ ਤੇ ਪਿਆਜ਼ ਪਾ ਦੇਣਾ। ਇਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਪਿਆਜ਼ ਮੈਂ ਪਹਿਲਾਂ ਹੀ ਕੱਟ ਕੇ ਰੱਖੇ ਹੋਏ ਸੀਗੇ। ਹਲੀਮ ਵਾਸਤੇ ਜਿਹੜਾ ਤੁੜਕਾ ਤਿਆਰ ਕਰਨਾ ਤੇ ਪਿਆਜ਼ਾਂ ਨੂੰ ਛਿੱਲ ਕੇ ਤੁਸੀਂ ਧੋ ਲੈਣਾ ਤੇ ਕੱਟ ਕੇ ਨਹੀਂ ਧੋਣੇ ਹੈਗੇ, ਕਿਉਂਕਿ ਜਿਸ ਵੇਲੇ ਅਸੀਂ ਪਿਆਜ਼ਾਂ ਨੂੰ ਕੱਟ ਕੇ ਅਸੀਂ ਧੋਵਾਂਗੇ ਤਾਂ ਪਿਆਜ਼ਾਂ ਦੇ ਅੰਦਰ ਬਹੁਤ ਜ਼ਿਆਦਾ ਪਾਣੀ ਚਲਾ ਜਾਏਗਾ। ਤੇ ਜਿਸ ਤਰ੍ਹਾਂ ਦੇ ਅਸੀਂ ਪਿਆਜ਼ ਤਿਆਰ ਕਰਨਾ ਚਾਹ ਰਹੇ ਹਾਂ ਤੇ ਫਿਰ ਉਸ ਤਰ੍ਹਾਂ ਦੇ ਪਿਆਜ਼ ਨਹੀਂ ਤਿਆਰ ਹੋਣਗੇ। ਇੱਥੇ ਅਸੀਂ ਡਾਰਕ ਬਰਾਊਨ ਪਿਆਜ਼ਾਂ ਨੂੰ ਕਰਕੇ ਤੇ ਅਲੱਗਾ ਕਰ ਲੈਣਾ ਇੱਕ ਪਲੇਟ ਵਿੱਚ। ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ 5 ਮਿੰਟ ਤੋਂ ਬਾਅਦ ਪਿਆਜ਼ ਡਾਰਕ ਬਰਾਊਨ ਹੋ ਗਿਆ। ਪਿਆਜ਼ਾਂ ਨੂੰ ਇੱਕ ਸਾਈਡ ਦੇ ਉੱਤੇ ਪਲੇਟ ਵਿੱਚ ਕੱਢ ਲੈਣਾ ਤੇ ਆਇਲ ਦਾ ਤੁੜਕਾ ਲਗਾ ਦੇਣਾ ਹਲੀਮ ਨੂੰ।
2 ਤੋਂ 3 ਘੰਟੇ ਦੀ ਮਿਹਨਤ ਤੋਂ ਬਾਅਦ ਅਲਹਮਦੁਲਿਲਾ ਸਾਡਾ ਮਜ਼ੇਦਾਰ ਜਿਹਾ ਹਲੀਮ ਤਿਆਰ ਆ ਤੇ ਹੁਣ ਅਸੀਂ ਹਲੀਮ ਖਾਣੇ ਵਾਸਤੇ ਪੇਸ਼ ਕਰ ਸਕਦੇ ਹਾਂ। ਬਰਾਊਨ ਕੀਤਾ ਹੋਇਆ ਪਿਆਜ਼, ਬਾਰੀਕ ਕਟੀ ਹੋਈ ਅਦਰਕ ਤੇ ਨਿੰਬੂ ਦੇ ਨਾਲ ਤੁਸੀਂ ਸਰਵ ਕਰੋ ਤਾਂ ਬੜਾ ਹੀ ਵਧੀਆ ਤੇ ਬੜਾ ਹੀ ਮਜ਼ੇਦਾਰ ਲੱਗੇਗਾ। ਵੇਖਣ ਨੂੰ ਤਾਂ ਹਲੀਮ ਬਹੁਤ ਹੀ ਵਧੀਆ ਤੇ ਬਹੁਤ ਹੀ ਮਜ਼ੇਦਾਰ ਲੱਗ ਰਿਹਾ ਤੇ ਅਸੀਂ ਖਾ ਕੇ ਦੱਸਦੇ ਹਾਂ ਤੇ ਕਿੱਦਾਂ ਦਾ ਲੱਗਦਾ। ਮੈਂ ਥੋੜਾ ਜਿਹਾ ਹਲੀਮ ਆਪਣੀ ਪਲੇਟ 'ਚ ਪਾਇਆ ਤੇ ਉੱਪਰ ਇੱਕ ਨਿੰਬੂ ਨਿਚੋੜਿਆ ਤੇ ਬਹੁਤ ਹੀ ਵਧੀਆ ਬਹੁਤ ਹੀ ਮਜ਼ੇਦਾਰ ਹਲੀਮ ਬਣਿਆ। ਤੁਸੀਂ ਵੀ ਆਪਣੇ ਘਰਾਂ 'ਚ ਇਸੇ ਤਰੀਕੇ ਦੇ ਨਾਲ ਹਲੀਮ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਿਪੀ ਕਿੱਦਾਂ ਦੀ ਲੱਗੀ। ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਇਸੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ ਇਨਸ਼ਾਅੱਲਾ ਨਵੀਂ ਵੀਡੀਓ ਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।